ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਐ ਰਹੇ ਅਗਾਏ ਪਹੁ ਨ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ। ਸਿਮਰ 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 ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਇ। ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਇ। ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀ, ਸਾਹਿਬਾਂ ਦੀ ਪਾਵਨ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸੋਹੀ ਰਾਗ ਦੇ ਚੌਥੇ ਪਾਤਸ਼ਾਹ ਦੇ ਸ਼ਬਦ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਇਹ ਸਾਰੇ ਸ਼ਬਦ ਦੀ ਵਿਚਾਰ ਸਮਾਪਤ ਹੋਈ ਸੀ। ਚੌਥੇ ਪਾਤਸ਼ਾਹ ਦੇ ਸ਼ਬਦ ਸਮਾਪਤ ਹੋਏ। ਅੱਜ ਪੰਚਮ ਪਾਤਸ਼ਾਹ ਦੇ ਸ਼ਬਦ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਕੇ ਬੋਹਿਤ, ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਰਚਨਹਾਰ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਦਿ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪੋਥੀ ਪਰਮੇਸ਼ਰ ਕਾ ਥਾਨ, ਜਿਨ੍ਹਾਂ ਦਾ ਸੰਕਲਿਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਲੇਖਣੀ ਦੇ ਦੁਆਰਾ ਕਰਨਾ ਕੀਤਾ ਸੀ। ਆਓ ਇਹਨਾਂ ਦਾ ਸ਼ਬਦ ਹੈ। ਰਾਗ ਸੋਹੀ ਮਹੱਲਾ ਪੰਜਵਾਂ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਮੰਗਲ ਕਰਦੇ ਹਨ। ਸੋਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਪਹਿਲੇ ਘਰ ਦੇ ਵਿੱਚ ਇਹ ਤਾਲ ਹਨ। ਪਹਿਲੇ ਘਰ ਵਿੱਚ ਗਾਉਂਦੇ ਹਨ, ਮੰਗਲ ਕਰਦੇ ਕਹਿੰਦੇ ਹਨ। ਇੱਕ ਮਾਲਕ ਜਿਸ ਦੀ ਤਿੰਨੋਂ ਗੁਣਾਂ ਦੇ ਉੱਤੇ ਛਤਰ ਛਾਇਆ ਹੈ। ਇਹ ਜਿਤਨਾ ਸੰਸਾਰ ਹੈ, ਰਚਨਾ ਹੈ, ਇਹਦਾ ਸੰਬੰਧ ਮਹਾਰਾਜ ਨੇ ਇੱਕ ਓਂਕਾਰ ਦੇ ਨਾਲ ਜੋੜਿਆ। ਧਿਆਨ ਰੱਖ, ਇਹ ਸ਼ਬਦ ਵਿੱਚ ਆਉਣਗੇ ਸ਼ਬਦ, ਇਹਨਾਂ ਦਾ ਭਾਵ ਆਏਗਾ ਅੱਗੇ। ਪਹਿਲਾ ਜਿਹੜਾ ਅੰਕ ਹੈ ਇੱਕ, ਉਹਨਾਂ ਨੂੰ ਏਕ ਓਂਕਾਰ ਕਹਿੰਦੇ ਨੇ ਜੀ। ਭਾਈ ਗੁਰਦਾਸ ਜੀ ਦਾ ਸ਼ਬਦ ਹੈ, ਕਹਿੰਦੇ ਏਕਾ ਏਕ ਓਂਕਾਰ ਲਿਖ ਊੜਾ ਓਂਕਾਰ ਲਿਖਾਇਆ। ਆ ਜਿਹੜਾ ਇੱਕ ਹੈ, ਇਸ ਨੂੰ ਏਕ ਓਂਕਾਰ ਕਹਾਂਗੇ। ਆਪਾਂ ਜਿਸ ਵੇਲੇ ਸ਼ਬਦ ਦੀ ਵਿਆਖਿਆ ਕਰਾਂਗੇ ਉੱਥੇ ਵਿਚਾਰਾਂਗੇ ਕਿ ਇੱਕ ਮਾਲਕ ਜਿਸ ਦੀ ਤਿੰਨੋਂ ਗੁਣਾਂ ਦੇ ਉੱਤੇ ਛਤਰ ਛਾਇਆ ਹੈ ਰਚਨਾ ਦੀ, ਉਹ ਸਤਿਗੁਰ ਦੇ ਪ੍ਰਸਾਦ ਦੁਆਰਾ ਪ੍ਰਾਪਤ ਹੁੰਦਾ ਹੈ।
ਸਤਿਗੁਰ ਕਿਸੇ ਵਿਅਕਤੀ ਨੂੰ ਨਹੀਂ ਕਿਹਾ, ਧਿਆਨ ਰੱਖਣਾ। ਪਹਿਲੀ ਗੱਲ ਯਾਦ ਰੱਖਣਾ ਕਿ ਸਤਿਗੁਰ ਜਿਹੜਾ ਸ਼ਬਦ ਹੈ, ਨਾਨਕ ਪਾਤਸ਼ਾਹ ਵੀ ਕਹਿੰਦੇ ਨੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਤੋਂ ਬਿਨਾਂ ਕਿਸੇ ਨੂੰ ਰੱਬ ਨਹੀਂ ਮਿਲਣਾ, ਯਾਦ ਰੱਖਣਾ। ਉਹਦਾ ਅਰਥ ਕੀ ਹੋਇਆ ਜੀ? ਜੋ ਘਟ ਬੈਠੇ ਰੱਬ ਬਾਣੀ ਰਾਹੀਂ ਜਿਨ੍ਹਾਂ ਨੂੰ ਆਪਾਂ ਗੁਰੂ ਕਹਿੰਦੇ ਆ, ਉਹ ਜੋ ਗੁਰ ਦਿੰਦੇ ਨੇ, ਇਹਨਾਂ ਦੋਨਾਂ ਸ਼ਬਦਾਂ ਦਾ ਭੇਦ ਰੱਖਣਾ, ਗੁਰ ਤੇ ਗੁਰੂ। ਸਿੱਖ ਗੁਰੂ ਤੋਂ ਗੁਰ ਲੈਂਦਾ ਹੈ। ਸਿੱਖ ਗੁਰੂ ਦੇ ਸਨਮੁਖ ਤਾਂ ਹੁੰਦਾ ਹੈ ਜੇ ਗੁਰ ਨੂੰ ਹਿਰਦੇ 'ਚ ਵਸਾਵੇ। ਧਿਆਨ ਰੱਖਣਾ, ਆਹ ਸ਼ਬਦ ਸੁਣਿਓ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਦੋਨੋਂ ਸ਼ਬਦ ਬੋਲੇ, ਪਹਿਲਾਂ ਗੁਰ ਬੋਲੇ ਫਿਰ ਗੁਰੂ ਬੋਲੇ। ਜਿਵੇਂ ਆਪਾਂ ਆਨੰਦ ਸਾਹਿਬ ਜੀ ਦੀ 7ਵੀਂ ਪੌੜੀ ਪੜ੍ਹਦੇ ਹਾਂ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਪਹਿਲਾਂ ਗੁਰੂ ਬੋਲਿਆ ਫਿਰ ਗੁਰੂ ਕਹਾਂਗੇ, ਜਾਣਿਆ ਆਨੰਦ ਸਦਾ ਗੁਰ ਤੇ। ਧਿਆਨ, ਜਦੋਂ ਤੱਕ ਗੁਰ ਨਹੀਂ ਨਾ ਹਿਰਦੇ 'ਚ ਵਸੇਗਾ ਗੁਰੂ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਭਾਈ ਗੁਰ ਸਿੱਖ। ਕੀ ਸਿੱਖ? ਗੁਰ ਸਿੱਖ। ਤੇ ਉਹ ਜਿਹੜਾ ਗੁਰ ਹੈ, ਜੋ ਗੁਰੂ ਦਿੰਦੇ ਨੇ, ਉਹ ਪ੍ਰਾਪਤ ਕਰਨਾ। ਇਹਦਾ ਆਪਾਂ ਹੋਰ ਸ਼ਬਦਾਂ ਦੇ ਰਾਹੀਂ ਵਿਚਾਰ ਕਰਾਂਗੇ। ਐਸੇ ਗੁਰ ਨੂੰ ਸਤ ਕਰਕੇ ਜਿਹਨੇ ਮੰਨਿਆ, ਉਹਨੂੰ ਰੱਬ ਮਿਲਿਆ, ਨਹੀਂ ਤਾਂ ਨਹੀਂ ਮਿਲਿਆ। ਯਾਦ ਰੱਖਣਾ, ਜਿਹਨੇ ਸਤ ਕਰਕੇ ਮੰਨਿਆ, ਅਸੀਂ ਕਹਿੰਦੇ ਉਹਨੂੰ ਸਤਿਗੁਰ ਪ੍ਰਾਪਤ ਹੋਏ ਹਨ। ਸਤ ਕਰਕੇ ਮਨ ਨੇ ਮੰਨਣਾ, ਯਾਦ ਰੱਖਣਾ। ਉਦੋਂ ਤੱਕ ਘਟ ਬੈਠੇ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਆ ਜਿਤਨੀ ਬਾਣੀ ਹੈ ਘਟ ਬੈਠੇ ਮਾਲਕ ਦੀ ਬਾਣੀ ਹੈ ਜੀ, ਧਿਆਨ ਰੱਖਣਾ। ਇਹ ਜਿਤਨੀ ਬਾਣੀ ਹੈ ਤਾਂ ਕਿ ਸਾਡੇ ਮਨਾਂ ਵਿੱਚ ਵਿਸ਼ਵਾਸ ਆਵੇ ਕਿ ਰੱਬ ਸਾਡੇ ਵਿੱਚੋਂ ਵੀ ਬੋਲਦੇ ਨੇ। ਸਭ ਦੇ ਵਿੱਚੋਂ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਐਸਾ ਕੋਈ ਧਰਤੀ ਦੇ ਉੱਤੇ ਵਿਅਕਤੀ ਨਹੀਂ ਹੈ ਜਿਹਦੇ ਵਿੱਚੋਂ ਰੱਬ ਨਹੀਂ ਬੋਲਦੇ। ਪਰ ਬੰਦਾ ਗਲਤ ਕੀ ਕਰਦਾ ਹੈ, ਕਿਹੜੀ ਗਲਤੀ ਕਰਦਾ ਹੈ? ਜਦੋਂ ਰੱਬ ਬੋਲਦੇ ਨੇ ਤੇ ਬੰਦਾ ਕਹਿੰਦਾ ਮੈਂ ਬੋਲਿਆ, ਬਸ। ਆਹ ਬਹੁਤ ਵੱਡੀ ਅਵਗਿਆ ਹੈ, ਜਿਹਦੇ ਕਾਰਨ ਬੰਦਾ ਇਸ ਧਰਤੀ 'ਤੇ ਸਫਰਿੰਗਸ ਨੂੰ ਅੰਡਰਗੋ ਕਰਦਾ ਹੈ, ਤਕਲੀਫਾਂ ਵਿੱਚ ਦੀ ਲੰਘਦਾ ਹੈ। ਜੀਵਨ ਵਿੱਚ ਹਰੇਕ ਬੰਦੇ ਦੇ ਵਿੱਚ ਰੱਬ ਵਸਿਆ ਹੈ ਤੇ ਹਰੇਕ ਬੰਦੇ ਵਿੱਚੋਂ ਰੱਬ ਬੋਲਦੇ ਨੇ ਤੇ ਹਰੇਕ ਬੰਦੇ ਵਿੱਚੋਂ ਰੱਬ ਕਰਦੇ ਨੇ। ਜਦੋਂ ਬੰਦਾ ਰੱਬ ਦੇ ਕੀਤੇ ਨੂੰ ਆਪਣਾ ਕੀਤਾ ਕਹਿੰਦਾ ਤੇ ਬੰਦਾ ਦੁਖੀ ਹੁੰਦਾ ਹੈ। ਭਾਈ ਆਖੋ ਸਤਨਾਮ। ਮਹਾਰਾਜ ਕਹਿੰਦੇ ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸਕੋ ਸੁਖ ਨਾਹੀ ਕੋਈ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੇ ਫਿਰਤਾ। ਉਦੋਂ ਤੱਕ ਆਪਾਂ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਾਂ। ਭਾਈ ਆਖੋ ਸਤਨਾਮ। ਸੋ ਆਓ, ਪੰਚਮ ਪਾਤਸ਼ਾਹ ਮੰਗਲ ਕਰਦੇ ਹਨ, ਸ਼ਬਦ ਆਰੰਭ ਕਰ ਰਹੇ ਨੇ। ਕਹਿੰਦੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰ। ਆਓ, ਉਦਾਹਰਨ ਦਿੰਦੇ ਨੇ ਮਹਾਰਾਜ। ਕਹਿੰਦੇ ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ ਨਾ, ਆ ਜਿਹੜੇ ਤਮਾਸ਼ਾ ਕਰਨ ਵਾਲੇ ਤਮਾਸ਼ਾ ਕਰਦੇ ਨੇ, ਜਿਵੇਂ ਕਹਿੰਦੇ ਭਾਈ ਸਾਂਗ ਰਚਦੇ ਨੇ। ਖਿਆਲ ਕਰਿਓ, ਆਏ ਜੀਵਨ ਵਿੱਚ ਰੱਬ ਨੇ ਇਹ ਸਾਰੇ ਸਾਂਗ ਜਿਤਨੇ ਵੀ ਸੰਸਾਰ ਵਿੱਚ ਨਜ਼ਰ ਆ ਰਹੇ ਨੇ, ਇਹ ਰੱਬ ਨੇ ਬਾਜੀ ਪਾਈ ਹੋਈ ਹੈ। ਭਾਈ ਆਖੋ ਸਤਨਾਮ। ਸਭ ਦੇ ਵਿੱਚੋਂ ਰੱਬ ਬੋਲਦੇ ਨੇ, ਖਿਆਲ ਕਰਿਓ, ਤੇ ਸਭ ਦੇ ਵਿੱਚ ਰੱਬ ਵਸਦੇ ਨੇ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ। ਕੋਈ ਐਸਾ ਵਿਅਕਤੀ ਨਹੀਂ ਹੈ ਜਿਹਦੇ ਵਿੱਚ ਰੱਬ ਨਹੀਂ ਵਸਦੇ। ਮਹਾਰਾਜ ਕਹਿੰਦੇ ਭਾਈ ਇਹ ਜਿਤਨੇ ਰੂਪ ਨੇ ਸਭ ਰੱਬ ਦੇ ਹਨ। ਆਖੋ ਸਤਨਾਮ। ਇਕਤ ਰੂਪ ਫਿਰੇ ਪਰਛੰਨਾ, ਕੋਈ ਨਾ ਕਿਸੇ ਹੀ ਜਿਹਾ। ਕਹਿੰਦੇ ਭਾਈ ਇਹ ਰੱਬ ਦੀ ਇੱਕ ਐਸੀ ਅਵਸਥਾ ਹੈ, ਕਹਿੰਦੇ ਜੋ ਦਿਸੈ ਸੋ ਤੇਰਾ ਰੂਪ। ਜਿਤਨੇ ਸੰਸਾਰ ਦੇ ਮਨੁੱਖ ਦਿਖ ਰਹੇ ਨੇ ਆਪਾਂ ਨੂੰ, ਕਹਿੰਦੇ ਇਹ ਸਭ ਰੱਬ ਦੇ ਰੂਪ ਹਨ। ਪਰ ਸਾਡੀ ਅੱਖ ਦੇਖਣ ਵਾਲੀ ਹਾਲੇ ਗਿਆਨ ਦੀ ਨਹੀਂ ਬਣੀ।
ਸਾਡਾ ਮਨ ਗਿਆਨ ਰਾਹੀਂ ਨਹੀਂ ਦੇਖ ਰਿਹਾ। ਸਾਡੇ ਮਨ ਨੂੰ ਮਹਾਰਾਜ ਕਹਿੰਦੇ ਹਨ ਭਾਈ ਸਮਝ ਨਹੀਂ ਆਈ, ਇੰਨੀ ਅੱਖੀ ਨਦਰ ਨਾ ਆਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਅੱਖਾਂ ਨਾਲ ਉਦੋਂ ਤੱਕ ਦਿਖੇਗਾ ਨਹੀਂ, ਉਦੋਂ ਤੱਕ ਸਾਡਾ ਮਨ ਅੰਨਾ ਹੈ। ਮਨ ਕੇ ਅੰਧੇ ਆਪ ਨਾ ਬੁਝੋ ਕਾਹੇ ਬੁਝਾਵੋ ਭਾਈ। ਆ ਜਿਹੜੇ ਬੱਚੇ ਖੇਡ ਰਹੇ ਨੇ, ਥੋੜ੍ਹਾ ਜਿਹਾ ਇਹਨਾਂ ਨੂੰ ਕਥਾ ਦੇ ਵਿੱਚ ਵੀ ਭਾਈ ਸਾਹਿਬ ਥੋੜ੍ਹਾ ਜਿਹਾ ਬਾਹਰ ਬੈਠੋ, ਬੱਚਿਆਂ ਦਾ ਧਿਆਨ ਰੱਖਣਾ, ਸੰਗਤ ਦਾ ਥੋੜ੍ਹਾ ਜਿਹਾ ਆਪਾਂ ਵਿਚਾਰ ਜ਼ਰੂਰ ਰੱਖੀਏ। ਸੋ ਆਓ ਵਿਚਾਰ ਕਰ ਰਹੇ ਸੀ ਕਿ ਜੀਵਨ ਵਿੱਚ ਹਰੇਕ ਬੰਦੇ ਵਿੱਚ ਰੱਬ ਵਸਦੇ ਨੇ, ਤੇ ਬੰਦੇ ਨੇ ਗੁਰਦੁਆਰੇ ਇਸ ਵਾਸਤੇ ਆਉਣਾ ਕਿ ਸਾਡਾ ਮਨ ਰੱਬ ਨਾਲ ਵਸ ਸਕੇ। ਆਖੋ ਸਤਿਨਾਮ। ਸਾਡਾ ਮਨ ਰੱਬ ਦੀ ਪ੍ਰੈਜ਼ੈਂਸ ਨੂੰ ਫੀਲ ਕਰੇ। ਸਾਡਾ ਮਨ ਆਪਣੇ ਅੰਦਰੋਂ ਜਦੋਂ ਕੋਈ ਵੀ ਖਿਆਲ ਆਵੇ ਤੇ ਕਹੇ ਮਾਲਕ ਤੂੰ ਖਿਆਲ ਦਿੰਨਾ, ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਸਾਡਾ ਮਨ ਜਦੋਂ ਬਾਣੀ ਪੜ੍ਹੇ ਤੇ ਕਹਿ ਸਕੇ ਮਾਲਕ ਮੈਂ ਤਾਂ ਬਾਣੀ ਪੜ੍ਹ ਰਿਹਾ ਕਿਉਂਕਿ ਤੂੰ ਪੜ੍ਹਾ ਰਿਹਾ। ਸਾਡਾ ਮਨ ਕਹਿ ਸਕੇ ਮੈਂ ਇੱਥੇ ਤਾਂ ਆਇਆ ਕਿਉਂਕਿ ਤੂੰ ਲੈ ਕੇ ਆਇਆ। ਸਾਨੂੰ ਕਿਉਂ ਲੈ ਕੇ ਆਇਆ? ਘੱਟ ਬੈਠੇ ਮਾਲਕ ਸਾਨੂੰ ਇੱਥੇ ਦਰਬਾਰ ਵਿੱਚ ਖਿਆਲ ਕਰਿਓ, ਇਸ ਵਾਸਤੇ ਲੈ ਕੇ ਆਇਆ ਸਾਨੂੰ ਮਾਲਕ ਕਿ ਇਹ ਮਾਲਕ ਦੀ ਬਾਣੀ ਸੁਣੋ ਭਾਈ, ਤਾਂ ਕਿ ਮਾਲਕ ਦੀ ਬਾਣੀ ਨਾਲ ਸਾਡਾ ਮਨ ਜੁੜ ਸਕੇ, ਯਾਨੀ ਆਪਾਂ ਜੁੜ ਸਕੀਏ। ਆਖੋ ਸਤਿਨਾਮ। ਆਇਓ ਸੁਣਨ ਪੜਨ ਕੋ ਬਾਣੀ। ਸਾਡੇ ਮਨ ਵਿੱਚ ਵਿਸ਼ਵਾਸ ਨਹੀਂ ਆ ਰਿਹਾ ਕਿ ਜਦੋਂ ਬਾਣੀ ਪੜ੍ਹਨੀ ਹੈ, ਘੱਟ ਬੈਠੇ ਰੱਬ ਦੇ ਬਾਰੇ ਬਾਣੀ ਪੜ੍ਹਨੀ ਹੈ, ਘੱਟ ਬੈਠੇ ਰੱਬ ਦਾ ਪਾਠ ਪੜ੍ਹਨਾ ਹੈ, ਲੈਸਨ ਪੜ੍ਹਨਾ ਹੈ, ਲੈਸਨ ਪੜ੍ਹਾਉਣਾ ਹੈ ਮਨ ਨੂੰ। ਮਨ ਸਮਝਾਵਣ ਕਾਰਨੇ ਕਛੁਵਕ ਪੜ੍ਹੀਏ ਗਿਆਨ। ਜੇ ਥੋੜ੍ਹਾ ਜਿਹਾ ਵੀ ਗਿਆਨ ਮਿਲਣ ਦਾ ਕਿਤੇ ਮੌਕਾ ਮਿਲੇ, ਬਾਣੀ ਪੜ੍ਹਨ ਦਾ ਮਨ ਨੂੰ ਮੌਕਾ ਮਿਲੇ, ਯਾਨੀ ਆਪਾਂ ਨੂੰ ਮੌਕਾ ਮਿਲੇ, ਕਹਿੰਦੇ ਘੱਟ ਬੈਠੇ ਰੱਬ ਦੇ ਬਾਰੇ, ਘੱਟ ਬੈਠੇ ਰੱਬ ਦੀ ਬਾਣੀ ਤੋਂ ਜਾਣਨਾ ਕਿ ਕਿਵੇਂ ਇਹਨਾਂ ਸਾਰਿਆਂ ਭਗਤਾਂ ਵਿੱਚੋਂ ਰੱਬ ਬੋਲਦੇ ਨੇ, ਕਿਵੇਂ ਇਹ ਰੱਬ ਨਾਲ ਬੋਲੇ, ਕਿਵੇਂ ਇਹ ਸਾਰੇ ਭਗਤ ਰੱਬ ਨਾਲ ਰਹੇ। ਇਹ ਸਾਰੇ ਜਿਤਨੇ ਵੀ 36 ਮਹਾਂਪੁਰਸ਼ ਨੇ, 6 ਪਾਤਸ਼ਾਹੀਆਂ, 15 ਭਗਤ, 11 ਭੱਟ ਤੇ 4 ਸਿੱਖ, ਇਹ 36 ਮਹਾਂਪੁਰਸ਼ਾਂ ਦੀ ਬਾਣੀ ਹੈ, ਜਿਨ੍ਹਾਂ ਵਿੱਚੋਂ ਇੱਕ ਰੱਬ ਬੋਲੇ ਭਾਈ। ਆਖੋ ਸਤਿਨਾਮ। ਇੱਕ ਰੱਬ। ਮਹਾਰਾਜ ਕਹਿੰਦੇ ਹਨ ਭਾਈ ਐਸੀ ਰੱਬ ਦੀ ਬਾਣੀ ਨੂੰ ਸੁਣੋ। ਕਹਿੰਦੇ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਕਹਿੰਦੇ ਆ ਜਿਤਨੇ ਭੇਖ ਨਜ਼ਰ ਆ ਰਹੇ ਨੇ, ਇਹ ਇੱਕੋ ਹੀ ਮਾਲਕ ਦੇ ਨਾਨਾ ਰੂਪ ਹਨ ਭਾਈ। ਆਖੋ ਸਤਿਨਾਮ। ਇੱਕੋ ਹੀ ਮਾਲਕ ਦੇ ਇਕਤ ਰੂਪ ਫਿਰੇ ਪਰਛੰਨਾ, ਕੋਈ ਨਾ ਕਿਸ ਹੀ ਜਿਹਾ। ਕਹਿੰਦੇ ਭਾਈ ਕੋਈ ਇੱਕ ਦੂਜੇ ਵਰਗਾ ਨਹੀਂ ਹੈ। ਯਾਦ ਰੱਖਣਾ, ਖਿਆਲ ਕਰਿਓ, ਜੀਵਨ ਵਿੱਚ ਜਦੋਂ ਇੱਕ ਵਾਰ ਐਸਾ ਸਰੀਰ ਆ ਜਾਏ ਤੇ ਦੁਬਾਰਾ ਐਸਾ ਸਰੀਰ ਨਹੀਂ ਮਿਲੇਗਾ, ਬਦਲ ਕੇ ਆਏਗਾ। ਧਿਆਨ ਰੱਖਣਾ, ਨਹੀਂ ਤਾਂ ਜੀਵਨ ਵਿੱਚ ਐਸੀ ਅਵਸਥਾ ਤੁਸੀਂ ਕਦੇ ਖਿਆਲ ਕਰਿਓ, ਜਦੋਂ ਅਸੀਂ ਕਹਿੰਦੇ ਕਿ ਫੇਰ ਉਹ ਮਹਾਂਪੁਰਸ਼ ਫੇਰ ਆਉਣਗੇ ਜੀ, ਮਹਾਰਾਜ ਕਹਿੰਦੇ ਫੇਰ ਨਹੀਂ ਆਉਂਦੇ। ਰੱਬ ਫੇਰ ਆਪਣਾ ਰੂਪ ਧਾਰਨ ਕਰਦਾ ਹੈ। ਆਖੋ ਸਤਿਨਾਮ। ਕਹਿੰਦੇ ਜਿਤਨੇ ਵੀ ਸੰਸਾਰ ਵਿੱਚ ਆਏ ਦੁਬਾਰਾ ਉਸ ਤਰ੍ਹਾਂ ਉਸ ਰੂਪ 'ਚ ਨਹੀਂ ਆਏ, ਬਦਲ ਕੇ ਆਏ। ਕਹਿੰਦੇ ਕੋਈ ਇੱਕ ਦੂਸਰੇ ਵਰਗਾ ਨਜ਼ਰ ਨਹੀਂ ਆਏਗਾ। ਕਹਿੰਦੇ ਭਾਈ ਐਸੀ ਰੱਬ ਦੀ ਅਵਸਥਾ ਬਣੀ ਹੋਈ ਹੈ। ਤੇ ਇਹ ਮਨੁੱਖ ਜਦੋਂ ਸਰੀਰ ਵਿੱਚ ਆਉਂਦਾ, ਇਸ ਖੇਲ ਨੂੰ ਖੇਡਦਿਆਂ ਹੋਇਆਂ ਜੇ ਗਿਆਨ ਦੇ ਨਾਲ ਨਾ ਖੇਡੇ, ਆਪਣੇ ਆਪ ਨੂੰ ਜਨਾਉਂਦੇ ਪੈਦੇ ਦੁੱਖ ਘਰ ਭੋਗਦਿਆਂ ਮਰ ਕੇ ਚਲਾ ਜਾਂਦਾ ਹੈ। ਜੇ ਬੰਦਾ ਘੱਟ ਬੈਠੇ ਰੱਬ ਨੂੰ ਬੁੱਝ ਲਵੇ, ਇਹੀ ਮਨ ਜੋਤ ਸਰੂਪ ਹੋ ਜਾਂਦਾ ਹੈ ਭਾਈ। ਆਖੋ ਸਤਿਨਾਮ। ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਜਦੋਂ ਆਹ ਸਾਂਗ ਆਪਣਾ ਉਤਰਦਾ ਹੈ, ਕਹਿੰਦੇ ਸਾਂਗ ਉਤਾਰ ਥੰਮਿਓ ਪਾਸਾਰਾ, ਆ ਫਿਰ ਪਸਾਰਾ ਇਹਦਾ ਪਸਰਨਾ ਕਹਿੰਦੇ ਭਾਈ ਰੁਕ ਜਾਂਦਾ ਹੈ।
जदों स्वांग उतर जाता, जदों पता लगता ना मैं नहीं तू ही तू है, जब हम होते तब तू नाही, अब तू ही मैं नाही। कहते ऐसी अवस्था जदों नज़र आती है, कहते फिर तब एको एकंकार, कहते फिर उस वेले पता लगता है कि वो इको ही रब आपे खेल खेड़दा सी, आप तू ਉਹ ਭੁਗਤਾ ਹੈ ਤੇ ਉਹੀ ਕਰਤਾ ਹੈ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣ। ਕਹਿੰਦੇ ਹਰੇਕ ਬੰਦੇ ਨੇ ਜਿਹਨੇ ਜਨਮ ਲਿਆ ਇਸ 84 ਲੱਖ ਜੋਨੀ ਦੇ ਵਿੱਚੋਂ ਇਹ ਮਨੁੱਖਾ ਦੇਹੀ ਨੂੰ ਬਹੁਤ ਉੱਚੀ ਵਡਾਈ ਦਿੱਤੀ ਹੋਈ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਜਨਮ ਲੈਣ ਤੋਂ ਬਾਅਦ ਇਹਦਾ ਜਨਮ ਮਰਨ ਮਿਟ ਜਾਣਾ ਚਾਹੀਦਾ ਹੈ। ਭਾਈ ਆਖੋ ਸਤਨਾਮ। ਇਹਦਾ ਆਵਾਗਮਨ ਖਤਮ ਹੋਣਾ ਚਾਹੀਦਾ ਹੈ। ਹਰੇਕ ਬੰਦਾ ਘੱਟ ਬੈਠੇ ਰੱਬ ਦੀ ਬੰਦਗੀ ਕਰੇ, ਘੱਟ ਬੈਠੇ ਰੱਬ ਦੇ ਗੁਣ ਗਾਵੇ। ਜਦੋਂ ਗੁਣ ਅੰਦਰੋਂ ਆਉਣ ਗੁਣੀ ਨਿਧਾਨ ਦੇ, ਜੇ ਬੰਦਾ ਕਹਿ ਦੇ ਇਹ ਮੈਂ ਚੰਗਾ, ਇਹ ਮੈਂ ਕੀਤਾ, ਤੇ ਸਮਝੋ ਬੰਦਾ ਫੇਰ ਜਨਮ ਲਵੇਗਾ। ਆਖੋ ਸਤਨਾਮ। ਫੇਰ ਇਹਦਾ ਆਵਾਗਮਨ ਬਣਿਆ ਰਹਿਣਾ। ਜਦੋਂ ਇਹ ਸਿੱਖਦਾ ਬਾਣੀ ਤੋਂ, ਇਸ ਬਾਣੀ ਗੁਰੂ ਤੋਂ ਸਿੱਖਦਾ, ਕਿਸੇ ਦੇਹਧਾਰੀ ਗੁਰੂ ਤੋਂ ਨਹੀਂ। ਨਾਨਕ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਮੇਰਾ ਜਿਹੜਾ ਸ਼ਬਦ ਹੈ ਉਹ ਗੁਰੂ ਹੈ ਘਟ ਬੈਠੇ ਰੱਬ ਦਾ। ਆਖੋ ਸਤਨਾਮ। ਮੈਨੂੰ ਰਾਸਤਾ ਪਾਉਂਦਾ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਤੋਂ ਪਵਨ ਆਰੰਭੀ ਇਸ ਧਰਤੀ ਤੇ, ਜਦੋਂ ਤੋਂ ਬੰਦਾ ਸਵਾਸ ਲੈਂਦਾ ਇਸ ਧਰਤੀ ਤੇ, ਫੇਰ ਕਹਿੰਦੇ ਭਾਈ ਉਦੋਂ ਤੋਂ ਘਟ ਬੈਠਾ ਰੱਬ ਬੋਲਦਾ ਸ਼ਬਦ ਦੇ ਵਿੱਚੋਂ। ਆਖੋ ਸਤਨਾਮ। ਉਦੋਂ ਤੋਂ ਇਹ ਬਾਣੀ ਉਦੋਂ ਤੋਂ ਚੱਲੀ ਹੋਈ ਹੈ। ਚਹੁ ਜੁਗ ਮੇਂ ਅੰਮ੍ਰਿਤ ਸਾਚੀ ਬਾਣੀ, ਬਾਣੀ ਵੱਜੀ ਚਹੁ ਜੁਗੀ ਸੱਚੋ ਸੱਚ ਸੁਣਾਏ। ਐਸੀ ਬਾਣੀ ਨੂੰ ਗੁਰੂ ਮਨਾਇਆ ਕਿ ਭਾਈ ਇਸ ਬਾਣੀ ਨੂੰ ਸੁਣੋ। ਇਹ ਏਕੰਕਾਰ ਦੇ ਨਾਲ ਜੋੜਦੀ ਹੈ। ਏਕੰਕਾਰ ਦੇ ਅਰਥ ਹੁਣ ਆਪਾਂ ਥੋੜ੍ਹੇ ਜਿਹੇ ਕਰੀਏ ਕਿਉਂਕਿ ਸਮੇਂ ਥੋੜ੍ਹਾ ਜਿਹਾ ਰਹਿ ਗਿਆ ਹੈ। ਕਿ ਏਕਾ ਜਿਹੜਾ ਹਰ ਕੰਨ ਵਿੱਚ ਜਦੋਂ ਤੱਕ ਉਸ ਕੰਨ ਦੀ ਕਿਰਿਆ ਪੂਰੀ ਨਹੀਂ ਹੁੰਦੀ, ਉਹਦੀ ਕਾਰ ਇੱਕ ਏਕਾ ਹੀ ਰੱਖਦਾ ਹੈ। ਧਿਆਨ ਰੱਖਣਾ। ਉਹਦਾ ਕਾਰ ਦਾ ਅਰਥ ਹੈ ਉਹਦੀ ਕਿਰਿਆ ਦੀ ਰੱਖਿਆ ਉਹ ਆਪ ਰੱਖਦਾ ਹੈ। ਆਖੋ ਸਤਨਾਮ। ਉਹਦੀ ਕਿਰਿਆ ਦੀ, ਜੋ ਆਪਾਂ ਕਿਰਿਆ ਕਰਦੇ ਹਾਂ ਨਾ ਅੰਦਰੋਂ, ਜਿਵੇਂ ਅੱਖ ਦੇ ਦੇਖੋ ਕਿਤਨੇ ਸੈੱਲ ਨੇ, ਕੋਰਨੀਆ ਦੇ, ਰੈਟੀਨਾ ਦੇ, ਹੈ ਨਾ। ਫਿਰ ਉਹਦੀ ਨਰਵਸ ਸਿਸਟਮ ਹੈ, ਫਿਰ ਬ੍ਰੇਨ ਦੇ ਸੈੱਲਸ ਨੇ ਜਿੱਥੋਂ ਉਹ ਵਿਜ਼ੂਲਾਈਜ਼ ਕਰਦਾ ਹੈ। ਉਹ ਸਾਰਾ ਇੱਕ ਇੱਕ ਸੈੱਲ, ਇੱਕ ਇੱਕ ਐਟਮ, ਇੱਕ ਇੱਕ ਪਾਰਟ ਆਫ ਲਾਈਫ ਕਹਿੰਦੇ ਭਾਈ ਰੱਬ ਆਪ ਪੈਦਾ ਕਰਦਾ ਅਤੇ ਆਪ ਉਹਦੇ ਵਿੱਚੋਂ ਸਾਨੂੰ ਦਿਖਾਉਂਦਾ ਹੈ, ਅਤੇ ਜਦੋਂ ਉਹਦੀ ਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਉਹਨੂੰ ਲੈ ਕਰ ਦਿੰਦਾ ਹੈ। ਆਖੋ ਸਤਨਾਮ। ਫਿਰ ਨਵਾਂ ਸੈੱਲ ਆਉਂਦਾ ਹੈ। ਧਿਆਨ ਰੱਖੋ। ਜੀਵਨ ਦੀ ਐਸੀ ਅਵਸਥਾ ਹਰੇਕ ਸਰੀਰ ਦੇ ਅੰਗ ਦੀ ਹੈ। ਐਸੀ ਅਵਸਥਾ ਸਾਰੀ ਸ੍ਰਿਸ਼ਟੀ ਦੀ ਹੈ। ਉਹਨੂੰ ਏਕੰਕਾਰ ਕਹਿੰਦੇ ਨੇ। ਆਖੋ ਸਤਨਾਮ। ਏਕੰਕਾਰ। ਉਹ ਆਪੇ ਕਰਤਾ ਅਤੇ ਆਪੇ ਭੁਗਤਾ ਹੈ। ਯਾਨੀ ਕਰਨ ਅਤੇ ਕਾਰਨ ਉਹ ਆਪ ਸਮਰੱਥ ਹੈ। ਅਤੇ ਸਾਡੇ ਮਨ ਦਾ ਕੰਮ ਕੀ ਹੈ? ਯਾਨੀ ਆਪਣਾ ਮਨ ਦਾ ਕੰਮ ਕੀ ਹੈ? ਆਪਣਾ ਕੰਮ ਕੀ ਹੈ? ਦੂਜੇ ਸ਼ਬਦਾਂ 'ਚ ਕਹਿੰਦੇ ਮਨ ਦਾ ਕੰਮ ਹੈ ਮੰਨਣਾ। ਆਖੋ ਸਤਨਾਮ। ਸਾਡੇ ਜਿਵੇਂ ਹੱਥਾਂ ਦਾ ਕੰਮ ਹੈ ਨਾ ਕਰਨਾ, ਪੈਰਾਂ ਦਾ ਕੰਮ ਹੈ ਚੱਲਣਾ, ਜੇਬਾਂ ਦਾ ਕੰਮ ਹੈ ਰਸਨਾ, ਰਾਹੀਂ ਬੋਲਣਾ, ਸਵਾਦ ਲੈਣਾ। ਆਏ ਮਨ ਦਾ ਕੰਮ ਹੈ ਮੰਨਣਾ, ਅਤੇ ਮਨ ਮੰਨਣੋਂ ਹੀ ਹਟ ਗਿਆ ਘੱਟ ਬੈਠੇ ਰੱਬ ਨੂੰ। ਆਖੋ ਸਤਨਾਮ। ਮੰਨਣੋਂ ਹਟ ਗਿਆ। ਸੋ ਮਹਾਰਾਜ ਕਹਿੰਦੇ ਭਾਈ ਘੱਟ ਬੈਠੇ ਰੱਬ ਦੀ ਬਾਣੀ ਨੂੰ ਸੁਣ ਕੇ ਮੰਨੋ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰਵਾਸ। ਉਹ ਮਨ ਫਿਰ ਘੱਟ ਬੈਠੇ ਰੱਬ ਦੇ ਵਿੱਚ ਟਿਕਦਾ ਹੈ। ਉਹ ਮਨ ਲੱਗਦਾ ਹੈ। ਉਹ ਘੱਟ ਬੈਠੇ ਰੱਬ ਦੇ ਨਾਲ ਉਹਦੀ ਲਿਵ ਜੁੜਦੀ ਹੈ। ਨਹੀਂ ਤਾਂ ਕਹਿੰਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ। ਆਖੋ ਸਤਨਾਮ। ਆ ਜਿਹੜਾ ਸਰੀਰ ਹੈ ਨਾ ਇਹ ਕਿਸੇ ਕੰਮ ਦਾ ਨਹੀਂ ਹੈ। ਨਿਮਾਣਾ ਰਹਿ ਜਾਂਦਾ, ਨਿਕੰਮਾ ਰਹਿ ਜਾਂਦਾ। ਕਹਿੰਦੇ ਭਾਈ ਜੇ ਸਰੀਰ ਦਾ ਜੀਵਨ ਦਾ ਸੁੱਖ ਲੈਣਾ ਅਤੇ ਮਨ ਨੂੰ ਘੱਟ ਬੈਠੇ ਰੱਬ ਦੇ ਬਚਨਾਂ ਦੇ ਰਾਹੀਂ ਮਨਾਉਣਾ, ਘੱਟ ਬੈਠੇ ਰੱਬ ਦੀ ਬਾਣੀ ਰਾਹੀਂ ਘੱਟ ਬੈਠੇ ਰੱਬ ਨੂੰ ਜਨਾਉਣਾ ਜਾਣਾ, ਉਹਦੇ ਗੁਣ ਗਾਉਣਾ, ਉਹਨੂੰ ਜਨਾਉਣਾ, ਆਪਣੇ ਆਪ ਨੂੰ ਨਹੀਂ ਜਨਾਉਣਾ। ਨਹੀਂ ਤਾਂ ਸਭ ਮਹਾਰਾਜ ਕਹਿੰਦੇ ਹਨ ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਕਹਿੰਦੇ ਮੇਰਾ ਮਨ ਯਾਨੀ ਆਪਾਂ ਘੱਟ ਬੈਠੇ ਰੱਬ ਦੀ ਭਗਤੀ ਕਰਨੀ ਹੁੰਦੀ ਹੈ ਅਤੇ ਮਨ ਆਪਣੇ ਘੱਟ ਬੈਠੇ ਰੱਬ ਨੂੰ ਜਾਣਦਾ ਨਹੀਂ ਹੈ।
ਤੇ ਬਾਣੀ ਰਾਹੀਂ ਉਹ ਆਪਣੇ ਆਪ ਨੂੰ ਫਿਰ ਬੰਦਾ ਜਨਾਉਣ ਲੱਗ ਜਾਂਦਾ, ਰੱਬ ਨੂੰ ਨਹੀਂ ਜਨਾਉਂਦਾ। ਆਖੋ ਸਤਨਾਮ। ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਕੀ ਕਹਿੰਦੇ ਆ? ਮੈਂ ਕੀਤਾ ਜੀ। ਉਹਦਾ ਅਰਥ ਹੈ ਕਿ ਬੰਦਾ ਆਪਣੇ ਆਪ ਨੂੰ ਜਨਾ ਰਿਹਾ ਹੈ। ਆਖੋ ਸਤਨਾਮ। ਆਪਣੇ ਆਪ ਨੂੰ ਜਨਾ ਰਿਹਾ। ਕਹਿੰਦੇ ਜੀਵਨ ਵਿੱਚ ਸਿੱਖਣੇ ਕੀ ਸਿੱਖਣਾ ਸੀ ਕਿ ਜਦੋਂ ਵੀ ਕੰਮ ਕਰੇ ਤੇ ਬੰਦੇ ਨੇ ਸਿੱਖਣਾ ਸੀ, ਸਿੱਖ ਬਣ ਕੇ ਕਿ ਮੈਂ ਤਾਂ ਕੀਤਾ ਕਿਉਂਕਿ ਮਾਲਕ ਤੈਂ ਕਰਾਇਆ, ਮੈਂ ਤਾਂ ਪਾਠ ਕੀਤਾ ਕਿਉਂਕਿ ਤੈਂ ਕਰਾਇਆ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਸੋ ਮਹਾਰਾਜ ਕਹਿੰਦੇ ਭਾਈ ਇਹਨੂੰ ਏਕ ਓਂਕਾਰ ਕਹਿੰਦੇ ਨੇ। ਕਹਿੰਦੇ ਭਾਈ ਕਵਨ ਰੂਪ ਦ੍ਰਿਸ਼ਟਾਇਓ ਬਿਨਸਾਇਓ, ਕਤਹਿ ਗਇਓ ਉਹ ਕਤ ਤੇ ਆਇਓ ਰਹਾਓ। ਇਹ ਰਹਾਓ ਦੀ ਪੰਗਤੀ। ਮਹਾਰਾਜ ਕਹਿੰਦੇ ਕਿਹੜਾ ਰੂਪ ਤੂੰ ਦ੍ਰਿਸ਼ਟਾਉਣਾ ਹੈ, ਕਿਹੜਾ ਰੂਪ ਤੂੰ ਫਿਰ ਬਿਨਸਾ ਦੇਣਾ, ਖਤਮ ਕਰ ਦੇਣਾ। ਕਹਿੰਦੇ ਤੂੰ ਕਿੱਥੋਂ ਆਇਆ ਤੇ ਤੂੰ ਕਿੱਥੇ ਜਾਣਾ। ਕਹਿੰਦੇ ਜੀਵਨ ਵਿੱਚ ਇਹ ਮਾਲਕ ਆਪ ਜਨਾਉਂਦਾ, ਮਾਲਕ ਆਪ ਥਿਰ ਰਹਿੰਦਾ, ਮਾਲਕ ਨਾ ਆਉਂਦਾ ਤੇ ਨਾ ਜਾਂਦਾ। ਇਹ ਸਰੂਪ ਜੋ ਦਿਖ ਰਿਹਾ ਹੈ ਇਹ ਆਉਂਦਾ ਜਾਂਦਾ ਰਹਿੰਦਾ, ਪਰ ਰੱਬ ਹਮੇਸ਼ਾ ਥਿਰ ਰਹਿੰਦਾ। ਆਖੋ ਸਤਨਾਮ। ਉਹ ਨਾ ਆਉਂਦਾ ਤੇ ਨਾ ਜਾਂਦਾ, ਉਹ ਅਬਚਲ ਹੈ, ਉਹ ਚਲਾਇਮਾਨ ਨਹੀਂ ਹੈ। ਜੀਵਨ ਵਿੱਚ ਅਸੀਂ ਚਲਾਇਮਾਨ ਦੀ ਉਸਤਤ ਕਰ ਰਹੇ ਹਾਂ, ਅਸੀਂ ਚਲਾਇਮਾਨ ਦੇ ਗੁਣ ਗਾ ਰਹੇ ਹਾਂ, ਅਸੀਂ ਮਾਂ ਦੇ ਗੁਣ ਗਾ ਰਹੇ ਹਾਂ, ਪਿਤਾ ਦੇ ਗੁਣ ਗਾ ਰਹੇ ਹਾਂ। ਅਸੀਂ ਇਹ ਨਹੀਂ ਕਹਿ ਰਹੇ ਕਿ ਮੇਰੀ ਮਾਂ ਵਿੱਚੋਂ ਰੱਬ ਕਰ ਰਿਹਾ ਹੈ। ਆਖੋ ਸਤਨਾਮ। ਅਸੀਂ ਇਹ ਨਹੀਂ ਕਹਿ ਰਹੇ ਪਿਤਾ ਵਿੱਚੋਂ ਰੱਬ ਕਰ ਰਹੇ ਨੇ। ਤੇ ਮਾਤਾ ਪਿਤਾ ਵੀ ਪਤਾ ਕੀ ਕਹਿੰਦੇ ਨੇ? ਬੇਟਾ ਮੈਂ ਕੀਤਾ ਸੀ। ਪਿਤਾ ਵੀ ਕਹਿੰਦਾ ਮੈਂ ਕਰਕੇ ਗਿਆ, ਹੈ ਨਾ। ਕਦੇ ਮਾਤਾ ਪਿਤਾ ਨੇ ਬੱਚੇ ਨੂੰ ਇਹ ਸਮਝਣ ਨਹੀਂ ਦਿੱਤਾ ਕਿ ਬੇਟਾ ਅਸੀਂ ਨਹੀਂ ਕੀਤਾ, ਰੱਬ ਕਰਾ ਰਿਹਾ ਤਾਂ ਹੁੰਦਾ, ਨਹੀਂ ਤਾਂ ਅਸੀਂ ਨਾ ਕਰ ਸਕਦੇ। ਆਖੋ ਸਤਨਾਮ। ਇਹ ਮਾਂ ਪਿਓ ਨਹੀਂ ਦਰਸਾ ਪਾ ਰਹੇ। ਕਹਿੰਦੇ ਭਾਈ ਮਾਤ ਪਿਤਾ ਸਾਕ ਅਗਲੇ ਤਿਸ ਬਿਨਾ ਨਹੀਂ ਕੋਏ। ਮਾਤਾ ਪਿਤਾ ਤੋਂ ਜਿਤਨੇ ਅੱਗੇ ਰਿਸ਼ਤੇ ਨੇ, ਮਾਤਾ ਪਿਤਾ ਨੇ ਜੀਵਨ ਵਿੱਚ ਉਸ ਰੱਬ ਦੇ ਭਾਵ ਨੂੰ ਜਾਣਨਾ ਸੀ ਤੇ ਜਨਾਉਣਾ ਸੀ। ਤੇ ਮਾਤਾ ਪਿਤਾ ਖੁਦ ਬੱਚੇ ਨੂੰ ਪੁੱਠਾ ਰਾਸਤਾ ਪਾ ਦਿੰਦੇ ਨੇ। ਧਿਆਨ ਰੱਖਣਾ, ਮਾਤਾ ਪਿਤਾ ਖੁਦ ਜੀਵਨ ਦੇ ਵਿੱਚ ਆਪ ਨਹੀਂ ਬੁੱਝਦੇ ਤੇ ਬੱਚਿਆਂ ਨੂੰ ਰੀਅਲਾਈਜ਼ ਨਹੀਂ ਹੋਣ ਦਿੰਦੇ। ਧਿਆਨ ਰੱਖਣਾ। ਸੋ ਖਿਆਲ ਕਰਿਓ, ਜਿਤਨੇ ਮਾਤਾ ਪਿਤਾ ਅੱਜ ਬਣੇ ਨੇ ਇੱਕ ਦਿਨ ਇਹ ਵੀ ਬੱਚੇ ਸਨ, ਤੇ ਜਿਤਨੇ ਆਪਣੇ ਅੱਗੇ ਬੱਚੇ ਨੇ ਇਹਨਾਂ ਨੇ ਮਾਤਾ ਪਿਤਾ ਬਣਨਾ। ਧਿਆਨ ਰੱਖਣਾ, ਇਹ ਸਿਲਸਿਲਾ ਚੱਲਦਾ ਰਹਿਣਾ ਤੇ ਜੀਵਨ ਵਿੱਚ ਰੱਬ ਹਮੇਸ਼ਾ ਟਿਕਿਆ ਰਹਿਣਾ। ਆਖੋ ਸਤਨਾਮ। ਮਹਾਰਾਜ ਕਹਿੰਦੇ ਉਹ ਰੱਬ ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਉਹ ਰੱਬ ਹਮੇਸ਼ਾ ਰਹਿੰਦਾ। ਜੇ ਅੱਜ ਆਪਾਂ ਬੈਠੇ ਹਾਂ ਰੱਬ ਕਰਕੇ ਬੈਠੇ ਹਾਂ, ਜੇ ਆਪਾਂ ਸਵਾਸ ਲੈ ਰਹੇ ਹਾਂ ਰੱਬ ਕਰਕੇ ਸਵਾਸ ਲੈ ਰਹੇ। ਸੋ ਕਿਸੇ ਮਾਤਾ ਪਿਤਾ ਦੀ ਉਸਤਤ ਨਹੀਂ ਕਰਨੀ, ਕਿਸੇ ਬੱਚਿਆਂ ਦੀ ਉਸਤਤ ਨਹੀਂ ਕਰਨੀ, ਕਿਸੇ ਬੰਦੇ ਦੀ ਉਸਤਤ ਨਹੀਂ ਕਰਨੀ। ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ, ਜਿਸਕੈ ਦੀਏ ਰਹੇ ਅਗਾਏ, ਬਹੁ ਨ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਕਹਿੰਦੇ ਕਦੇ ਕਿਸੇ ਬੰਦੇ ਦੀ ਉਸਤਤ ਨਹੀਂ ਕਰਨੀ ਤੇ ਕਿਸੇ ਬੰਦੇ ਦੀ ਨਿੰਦਿਆ ਨਹੀਂ ਕਰਨੀ। ਕਹਿੰਦੇ ਜੀਵਨ ਵਿੱਚ ਉਸਤਤ ਕਰਨੀ ਤੇ ਘੱਟ ਬੈਠੇ ਰੱਬ ਦੀ। ਆਖੋ ਸਤਨਾਮ। ਜੇ ਪਿਤਾ ਨੇ ਅੱਛਾ ਕੰਮ ਕੀਤਾ ਤੇ ਕਹੋ ਕਿ ਮਾਲਕ ਦੀ ਬੜੀ ਕਿਰਪਾ ਹੈ ਮੇਰੇ ਪਿਤਾ ਜੀ। ਜੇ ਮਾਤਾ ਨੇ ਅੱਛਾ ਕੰਮ ਕੀਤਾ ਇਹ ਨਾ ਕਹੋ ਮੇਰੀ ਮਾਂ ਬਹੁਤ ਅੱਛੀ ਹੈ, ਕਹਿਣਾ ਹੈ ਰੱਬ ਦੀ ਬੜੀ ਕਿਰਪਾ ਹੈ ਮੇਰੀ ਮਾਤਾ ਤੇ। ਧਿਆਨ ਰੱਖਣਾ, ਜਦੋਂ ਬੱਚੇ ਅੱਛਾ ਕੰਮ ਕਰਨ ਮਾਤਾ ਪਿਤਾ ਕਦੇ ਨਾ ਕਹਿਣ ਮੇਰੇ ਬੱਚੇ ਬਹੁਤ ਚੰਗੇ ਨੇ, ਬੱਚਿਆਂ ਦਾ ਕਹੇ ਕਿ ਮਾਲਕ ਦੀ ਇਹਨਾਂ ਤੇ ਬੜੀ ਕਿਰਪਾ ਹੈ ਜੀ। ਆਖੋ ਸਤਨਾਮ। ਕਹਿੰਦੇ ਘੱਟ ਬੈਠੇ ਰੱਬ ਨੂੰ ਜਾਣ ਕੇ ਉਸਤਤ ਉਹਦੀ ਕਰੋ, ਬੰਦੇ ਦੀ ਨਹੀਂ ਕਰੋ, ਨਹੀਂ ਤਾਂ ਜੀਵਨ ਵਿੱਚ ਇਹ ਸਾਰਾ ਖਲਾਰਾ ਪੈ ਜਾਣਾ ਹੈ, ਇਹ ਸਾਰਾ ਖਲਾਰਾ ਪੈ ਜਾਣਾ। ਸੋ ਜੀਵਨ ਵਿੱਚ ਮਹਾਰਾਜ ਕਹਿੰਦੇ ਜਲ ਤੇ ਉਠੇ ਅਨਕ ਤਰੰਗਾ। ਕਹਿੰਦੇ ਜਿਵੇਂ ਪਾਣੀ ਦੇ ਸਮੁੰਦਰ ਦੇ ਲਹਿਰਾਂ ਵਿੱਚੋਂ ਕਈ ਤਰੰਗਾਂ ਉੱਠਦੀਆਂ ਨੇ। ਕਹਿੰਦੇ ਕਨਕ ਭੂਖਣ ਕੀਨੇ ਬਹੁ ਰੰਗਾ। ਕਹਿੰਦੇ ਜਿਵੇਂ ਸੋਨੇ ਦੇ ਕਈ ਕਹਿੰਦੇ ਭੂਸ਼ਣ ਬਣਦੇ ਨੇ, ਜੇਵਰਾਤ ਬਣਦੇ ਨੇ। ਕਹਿੰਦੇ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ। ਕਹਿੰਦੇ ਆਏ
ਰੱਬ ਬੀਜ ਬੀਜ ਕੇ ਕਹਿੰਦੇ ਆਪ ਦੇਖਦਾ ਹੈ ਇਹ ਬਹੁਤ ਪ੍ਰਕਾਰ ਦੇ। ਆਖੋ ਸਤਨਾਮ। ਮਹਾਰਾਜ ਕਹਿੰਦੇ ਫਲ ਪਾ ਕੇ ਤੇ ਏਕੰਕਾਰ, ਕਹਿੰਦੇ ਫਲ ਜਿਸ ਵੇਲੇ ਪੱਕਦਾ ਫਿਰ ਰੱਬ ਹੀ ਰੱਬ ਰਹਿੰਦਾ ਹੈ। ਆਖੋ ਸਤਨਾਮ। ਹਰ ਬੰਦੇ ਨੇ ਐਸਾ ਜਾਣਨਾ, ਹਰ ਬੰਦੇ ਨੂੰ ਐਸਾ ਜਾਣ ਹੋਣਾ। ਕਹਿੰਦੇ ਸਹਿਸ ਘਟਾ ਮਹਿ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਕਹਿੰਦੇ ਸਭ ਦੇ ਵਿੱਚ ਇੱਕੋ ਹੀ ਰੱਬ ਵਸ ਰਿਹਾ। ਜਦੋਂ ਸਰੀਰ ਆਪਣਾ ਇਸ ਸੰਸਾਰ ਦੇ ਵਿੱਚੋਂ ਪ੍ਰਕਾਸ਼ ਹੋਣਾ ਕਿ ਘਟ ਬੈਠਾ ਰੱਬ ਦਾ ਹੀ ਪ੍ਰਕਾਸ਼ ਹੋਣਾ। ਆਖੋ ਸਤਨਾਮ। ਮਹਾਰਾਜ ਕਹਿੰਦੇ ਭਰਮ ਲੋਭ ਮੋਹ ਮਾਇਆ ਵਿਕਾਰ, ਕਹਿੰਦੇ ਆ ਜਿਹੜਾ ਭਰਮ ਪੈਣਾ, ਲੋਭ ਵਿੱਚ ਫਸਣਾ, ਮੋਹ ਵਿੱਚ ਬੰਧਨ ਵਿੱਚ ਆ ਜਾਣਾ, ਇਹ ਮਾਇਆ ਦੇ ਵਿਕਾਰ ਨੇ ਭਾਈ। ਆਖੋ ਸਤਨਾਮ। ਇਹ ਮਾਇਆ ਦੇ ਵਿਕਾਰ ਨੇ। ਕਹਿੰਦੇ ਭਰਮ ਛੂਟੇ ਤੇ ਏਕੰਕਾਰ, ਕਹਿੰਦੇ ਜਿਸ ਵੇਲੇ ਭਰਮ ਛੁੱਟ ਜਾਂਦਾ ਕਹਿੰਦੇ ਇੱਕ ਰੱਬ ਹੀ ਫਿਰ ਨਜ਼ਰ ਆਉਂਦਾ। ਕਰਨ ਵਾਲਾ ਉਹੀ ਹੈ, ਕਰਾਉਣ ਵਾਲਾ ਉਹੀ ਹੈ, ਬੁਲਾਉਣ ਵਾਲਾ ਉਹੀ ਹੈ, ਬੋਲਣ ਵਾਲਾ ਉਹੀ ਹੈ ਨਾ। ਕਹਿੰਦੇ ਜੀਵਨ ਵਿੱਚ ਐਸੀ ਅਵਸਥਾ ਨਜ਼ਰ ਆਉਂਦੀ ਹੈ। ਐਸੀ ਅਵਸਥਾ ਜਿਸ ਵੇਲੇ ਨਜ਼ਰ ਆਵੇ ਕਹਿੰਦੇ ਉਹ ਅਬਨਾਸੀ ਬਿਨ ਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ। ਕਹਿੰਦੇ ਉਹ ਅਬਨਾਸੀ ਹਮੇਸ਼ਾ ਰਹਿਣ ਵਾਲਾ ਬਿਨਸਦਾ ਨਹੀਂ ਹੈ, ਨਾ ਉਹ ਆਉਂਦਾ ਤੇ ਨਾ ਜਾਂਦਾ, ਹਮੇਸ਼ਾ ਰਹਿੰਦਾ। ਆਖੋ ਸਤਨਾਮ। ਕਹਿੰਦੇ ਗੁਰਪੂਰੈ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਸ਼ਬਦ ਦੀ ਸਮਾਪਤੀ ਦੇਖੋ, ਕੋਈ ਕਹਾਣੀ ਨਹੀਂ ਬੋਲੀ, ਜੀਵਨ ਦੀ ਉਹ ਅਕਥ ਕਥਾ ਸੁਣਾਈ। ਮਹਾਰਾਜ ਕਹਿੰਦੇ ਜਿਸ ਵੇਲੇ ਗੁਰ ਅੰਦਰ ਵਸੇ ਨਾ, ਗੁਰ ਨੂੰ ਸਿਹਾਰੀ ਲੱਗੀ ਹੋਈ ਹੈ। ਦੇਖੋ ਗੁਰ ਦਾ ਅਰਥ ਹੈ ਜੋ ਗੁਰੂ ਸਾਨੂੰ ਗੁਰ ਦਿੰਦੇ ਨੇ। ਜੋ ਬਾਣੀ ਨੂੰ ਗੁਰੂ ਮੰਨਣਾ, ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ। ਧਿਆਨ ਰੱਖ, ਬਾਣੀ ਗੁਰੂ ਇੱਕ ਐਸੀ ਅਵਸਥਾ ਹੈ ਜਿਹਦੇ ਨਾਲ ਆਪਣੀ ਬਾਣੀ ਘੜੀ ਜਾਣੀ ਹੈ। ਜਿਸ ਬਾਣੀ ਰਾਹੀਂ ਆਪਣੇ ਮਨ ਨੂੰ ਸੋਝੀ ਆਉਣੀ ਹੈ ਕਿ ਉਹ ਅਬਨਾਸੀ ਕਿਵੇਂ ਸਾਡੇ ਵਿੱਚ ਤੇ ਦੂਜੇ ਵਿੱਚ ਰਹਿੰਦਾ ਹੈ। ਜਦੋਂ ਐਸੀ ਸੋਝੀ ਆਵੇਗੀ ਫਿਰ ਪਤਾ ਲੱਗੇਗਾ ਕਿ ਦੇਣ ਵਾਲਾ ਇੱਕੋ ਹੀ ਰੱਬ ਹੈ। ਚਾਹੇ ਮੇਰੀ ਮਾਂ ਚੋਂ ਦੇ ਰਿਹਾ ਸੀ, ਚਾਹੇ ਪਿਤਾ ਚੋਂ ਦੇ ਰਿਹਾ ਸੀ, ਚਾਹੇ ਬੱਚੇ ਬਣ ਕੇ ਦੇ ਰਿਹਾ ਸੀ, ਤੇ ਦੇਣ ਵਾਲਾ ਉਹੀ ਰੱਬ ਸੀ। ਆਖੋ ਸਤਨਾਮ। ਕਹਿੰਦੇ ਭਾਈ ਦੱਦਾ ਦਾਤਾ ਏਕ ਹੈ। ਜਦੋਂ ਮਾਂ ਦੇਵੇ ਤਾਂ ਸਾਡਾ ਮਨ ਕਿਉਂ ਨਹੀਂ ਕਹਿੰਦਾ ਕਿ ਰੱਬ ਦੇ ਰਿਹਾ ਹੈ? ਤੇ ਮਾਂ ਜਿਸ ਵੇਲੇ ਦਿੰਦੀ ਹੋਵੇ ਬੱਚਿਆਂ ਨੂੰ, ਕਿਉਂ ਨਹੀਂ ਕਹਿੰਦੀ ਬੱਚਿਆਂ ਨੂੰ ਕਿ ਬੇਟਾ ਮੈਂ ਨਹੀਂ ਦੇ ਰਿਹਾ, ਰੱਬ ਦਿਵਾ ਰਿਹਾ ਤਾਂ ਮੈਂ ਦੇ ਰਿਹਾ? ਕਿਉਂਕਿ ਸਮਝ ਨਹੀਂ ਹੈ। ਆਖੋ ਸਤਨਾਮ। ਗਿਆਨ ਨਹੀਂ ਹੈ ਮਨ। ਮਾਤਾ ਪਿਤਾ ਜੀਵਨ 'ਚ ਬੰਧਨ ਬਣ ਜਾਂਦੇ ਨੇ। ਧਿਆਨ ਰੱਖਣਾ, ਬੱਚਿਆਂ ਦੇ ਬੰਧਨ ਬਣ ਜਾਂਦੇ ਨੇ। ਮਾਤਾ ਪਿਤਾ ਬੰਧਨ ਸੰਸਾਰ। ਧਿਆਨ ਰੱਖਣਾ, ਕਹਿੰਦੇ ਇਹ ਮਾਤਾ ਪਿਤਾ ਹੀ ਬੰਧਨ ਬਣ ਜਾਂਦੇ। ਸੋ ਖਿਆਲ ਕਰਿਓ, ਮਹਾਰਾਜ ਦਾ ਇਸ ਗੱਲ ਨੂੰ ਹਿਰਦੇ 'ਚ ਵਸਾਇਓ। ਕਹਿੰਦੇ ਕਹੋ ਨਾਨਕ ਮੇਰੀ ਪਰਮ ਗਤ ਹੋਈ। ਮੇਰੀ ਪਰਮ ਗਤੀ ਉਸ ਵੇਲੇ ਹੋਣੀ ਹੈ ਜਦੋਂ ਮੈਂ ਗੁਰੂ ਦੇ ਗੁਰ ਨੂੰ ਹਿਰਦੇ 'ਚ ਪੂਰੇ ਤਰੀਕੇ ਨਾਲ ਵਸਾਊਂਗਾ ਤੇ ਹਉਮੈ ਦੀ ਮਲ ਧੋਤੀ ਜਾਣੀ ਹੈ। ਆਖੋ ਸਤਨਾਮ। ਯਾਨੀ ਮੇਰਾ ਮਨ ਕਿਸੇ ਵੀ ਅੰਸ਼ ਦੇ ਉੱਤੇ ਇਹ ਭੁੱਲ ਕੇ ਨਾ ਕਹਿ ਦੇ ਮੈਂ ਕੁਛ ਕੀਤਾ ਹੈ ਨਾ। ਮਨ ਕਹਿ ਸਕੇ ਸਭ ਕੁਛ ਕੀਤਾ ਤੇਰਾ ਹੋਵੇ, ਨਾਹੀ ਕਿਛ ਅਸਾੜਾ ਜੀਓ। ਮਨ ਭੁੱਲ ਕੇ ਵੀ ਨਾ ਕਹਿ ਦੇ ਮੈਂ ਕੁਛ ਕੀਤਾ ਹੈ। ਕਹਿੰਦੇ ਜਬ ਲਗ ਜਾਣੇ ਮੁਝ ਤੇ कछ होए तब इसको सुख नाही कोई, जब यह जाने मैं कछ करता तब लग गर्भ जोड़ में फिरता। उदों तक साडा जन्म मरण चलता रहना है। मनमुखा नूं फिर जन्म है। ध्यान रख, नहीं तो कहने बहुर हम काहे आवेंगे, आवन जाना हुक्म तिसे का हुक्म है बुझ समावेंगे। उस रब के हुक्म नूं बूझो, रब दे विच समा के जीवन विच चलना करो, रब की प्रेजेंस नूं फील करो। ध्यान रखना, अपने आप नूं जनाउणा मन छड़ जाए। आखो सतनाम। कहने पखंड करना छड़ जाए। सो इतने शब्द प्रवान करने जी। बाणी जी दी विचार करदे पहला शब्द है पंचम पातशाह दा सूही राग दे विच गुरु महाराज जी दी बाणी जी दी विचार करदे अनेकां प्रकार दीयां गलतियां बेअदबियां त्रुटियां रह गईयां हन। अनजान बच्चे समझ के माफ़ करना संगत अते सतगुरु सच्चे पातशाह बख्शण योग हन। फतेह दा बाजा फतेह विच देना जी। वाहिगुरू जी का खालसा वाहिगुरू जी की फतेह।